ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਅਤੇ ਪਿਆਰੀ ਗੋਦ ਦਾ ਰੰਗ ਰਸ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਗੁਰਬਾਣੀ ਵਿਚਾਰ ਗੁਰਮੁਖ ਪਿਆਰੇ ਬਾਊ ਜੀ ਦੁਆਰਾ ਲਿਖੇ ਗਏ ਗੁਰਬਾਣੀ ਵਿਚਾਰਾਂ ਦੀ ਲੜੀ ਵਿੱਚੋਂ ਇੱਕ ਲੇਖ ਬੰਧਨ ਛੂਟਨ। ਬੰਧਨ ਛੂਟਨ ਪਰਮਾਤਮਾ ਸਹਿਭੰਗ ਤੇ ਕਰਤਾ ਪੁਰਖ ਹੋਣ ਕਰਕੇ ਕਿਸੇ ਬੰਧਨ ਵਿੱਚ ਨਹੀਂ ਹੈ। ਉਹ ਸਹੀ ਤੌਰ ਤੇ ਆਪਣੀ ਮੌਜ ਵਿੱਚ ਪੂਰਨ ਆਜ਼ਾਦ ਅਤੇ ਬੇਪਰਵਾਹ ਹੈ। ਇਹੋ ਜਿਹੇ ਆਜ਼ਾਦ ਅਤੇ ਬੇਪਰਵਾਹ ਪਰਮਾਤਮਾ ਦੀ ਅੰਸ਼ ਹੋਣ ਕਾਰਨ ਆਜ਼ਾਦੀ ਜੀਵ ਦਾ ਜੱਦੀ ਹੱਕ ਹੈ। ਇਸੇ ਕਰਕੇ ਜੀਵ ਦੇ ਅੰਤਰ-ਆਤਮੇ ਅਣਜਾਣੇ ਹੀ ਸਦਾ ਇਸ ਜੱਦੀ ਆਜ਼ਾਦੀ ਦੀ ਤਾਂਘ ਲੱਗੀ ਰਹਿੰਦੀ ਹੈ। ਪਰ ਜੀਵ ਅਗਿਆਨਤਾ ਕਾਰਨ ਮਾਇਆ ਦੇ ਅਸਰ ਹੇਠ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿ ਅਨੇਕਾਂ ਨੀਵੀਆਂ ਮਾਨਸਿਕ ਵਾਸ਼ਨਾਵਾਂ ਦੀ ਗੁਲਾਮੀ ਵਿੱਚ ਕਰਮ ਕਰਦਿਆਂ ਹੋਇਆਂ ਕਈ ਪ੍ਰਕਾਰ ਦੇ ਬੰਧਨਾਂ ਵਿੱਚ ਫਸਿਆ ਰਹਿੰਦਾ ਹੈ ਅਤੇ ਆਪਣੀ ਜੱਦੀ ਆਜ਼ਾਦੀ ਖੋਈ ਬੈਠਾ ਹੈ। ਗੁਰਬਾਣੀ ਵਿੱਚ ਜੀਵ ਦੇ ਇਹਨਾਂ ਅਨੇਕਾਂ ਬੰਧਨਾਂ ਦਾ ਸਪਸ਼ਟ ਜ਼ਿਕਰ ਕੀਤਾ ਹੋਇਆ ਹੈ। ਕਰਮ ਧਰਮ ਸਭ ਬੰਧਨਾ, ਪਾਪ ਪੁੰਨ ਸੰਬੰਧ, ਮਮਤਾ ਮੋਹ ਸੁਬੰਧਨਾ, ਪੁੱਤਰ ਕਲਤਰ ਸੋ ਤੰਦ। ਹਉਮੈ ਵਿੱਚ ਜੀਉ ਬੰਧ ਹੈ, ਨਾਮ ਨ ਵਸੈ ਮਨ ਆਏ। ਇਹ ਕੁਟੰਬ ਸਭ ਜੀ ਕੇ ਬੰਧਨ ਭਾਈ, ਭਰਮ ਭੁਲਾ ਸੰਸਾਰਾ। ਭੂਲਿਓ ਮਨ ਮਾਇਆ ਉਰਝਾਇਓ, ਜੋ ਜੋ ਕਰਮ ਕੀਓ ਲਾਲਚ ਲਗ, ਤੈ ਤੈ ਆਪ ਬੰਧਾਇਓ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਨਰਕ ਸੁਰਗ ਅਵਤਾਰ ਮਾਇਆ ਤੰਦਿਆ। ਕੋਟ ਕਰਮ ਬੰਧਨ ਕਾ ਮੂਲ, ਹਰ ਕੇ ਭਜਨ ਬਿਨ ਬਿਰਥਾ ਪੂਲ। ਇਹ ਮਨ ਤੰਦੈ ਬਾਂਧਾ ਕਰਮ ਕਮਾਏ, ਮਾਇਆ ਮੂਠਾ ਸਦਾ ਬਿਲ ਲਾਏ। ਭਾਵੇਂ ਅਸੀਂ ਸਮਝੀ ਬੈਠੇ ਹਾਂ ਕਿ ਅਸੀਂ ਆਜ਼ਾਦ ਹਾਂ ਅਤੇ ਮਨ ਮਰਜ਼ੀ ਕਰ ਸਕਦੇ ਹਾਂ, ਪਰ ਇਹ ਸੱਚ ਨਹੀਂ। ਅਸਲ ਵਿੱਚ ਅਸੀਂ ਕਈ ਪ੍ਰਕਾਰ ਦੇ ਬੰਧਨਾਂ ਵਿੱਚ ਜਕੜੇ ਹੋਏ ਹਾਂ। ਅਸੀਂ ਸਾਰੇ ਜੀਵ ਅਤੇ ਸਾਰੀ ਸ੍ਰਿਸ਼ਟੀ ਕਰਤਾ ਪੁਰਖ ਦੀ ਕ੍ਰਿਤ ਹਾਂ ਅਤੇ ਉਸਦੇ ਇਲਾਹੀ ਹੁਕਮ, ਭਾਣਾ, ਕੁਦਰਤ ਦੀ ਰਜ਼ਾ, ਡਿਵਾਈਨ ਆਰਡਰ ਔਰ ਡਿਸਿਪਲਿਨ ਵਿੱਚ ਬੰਧੇ ਹੋਏ ਹਾਂ। ਸਿਵਾਏ ਇਨਸਾਨ ਦੇ 84 ਲੱਖ ਜੂਨਾਂ ਇਸ ਇਲਾਹੀ ਹੁਕਮ ਦੀ ਰਜ਼ਾ, ਭਾਣਾ ਅਥਵਾ ਇੱਕ ਸੁਰਤਾ ਇਨ ਟਿਊਨ ਵਿੱਚ ਵਿਚਰਦੀਆਂ ਹਨ। 84 ਲੱਖ ਜੂਨਾਂ ਇਲਾਹੀ ਹੁਕਮ ਦੀ ਰਜ਼ਾ ਵਿੱਚ ਵਿਚਰਦੀਆਂ ਹਨ। ਇਸੇ ਕਾਰਨ ਇਹਨਾਂ ਜੀਵਾਂ ਦਾ ਵਿਕਾਸ, ਐਵੋਲਿਊਸ਼ਨ ਉੱਪਰ ਵੱਲ ਨੂੰ ਹੋ ਰਿਹਾ ਹੈ। ਇਹਨਾਂ ਜੀਵਾਂ ਵਿੱਚ ਬੁੱਧੀ ਸੀਮਤ ਹੋਣ ਕਾਰਨ ਇਹ ਆਪਣੀ ਮੱਤ ਜਾਂ ਸਿਆਣਪ ਨਹੀਂ ਵਰਤ ਸਕਦੇ। ਇਸੇ ਲਈ ਰੱਬ ਦੀ ਰਜ਼ਾ ਵਿੱਚ ਚੱਲ ਰਹੇ ਹਨ ਅਤੇ ਭਾਣੇ ਤੋਂ ਬਾਹਰ ਨਹੀਂ ਜਾ ਸਕਦੇ। ਪਰ ਇਨਸਾਨ ਨੂੰ ਰੱਬ ਨੇ ਵਿਸ਼ਾਲ ਅਤੇ ਤੀਖਣ ਬੁੱਧੀ ਬਖਸ਼ੀ ਹੈ। ਅਸੀਂ ਇਸ ਤੀਖਣ ਬੁੱਧੀ ਦੀ ਆਪਣੇ ਮਨ ਦੀ ਰੰਗਤ ਅਤੇ ਸੰਸਕਾਰਾਂ ਦੇ ਅਸਰ ਹੇਠ ਆਪਣੀਆਂ ਉਕਤੀਆਂ, ਜੁਗਤੀਆਂ ਅਤੇ ਸਿਆਣਪਾਂ ਦੁਆਰਾ ਗਲਤ ਵਰਤੋਂ ਕਰਦੇ ਹਾਂ। ਹਾਂਜੀ, ਇਸ ਤੀਖਣ ਬੁੱਧੀ ਦੀ ਆਪਣੇ ਮਨ ਦੀ ਰੰਗਤ ਅਤੇ ਫਿਰ ਸੰਸਕਾਰਾਂ ਦੇ ਅਸਰ ਹੇਠ ਆਪਣੀਆਂ ਉਕਤੀਆਂ, ਜੁਗਤੀਆਂ ਅਤੇ ਸਿਆਣਪਾਂ ਦੁਆਰਾ ਗਲਤ ਵਰਤੋਂ ਕਰਦੇ ਹਾਂ। ਇਸ ਤਰ੍ਹਾਂ ਅਸੀਂ ਕਰਮਬੱਧ ਹੋ ਕੇ ਆਪੂ ਘੜੇ ਸੰਸਕਾਰਾਂ ਦੇ ਬੰਧਨਾਂ ਵਿੱਚ ਫਸ ਕੇ ਦੁਖੀ ਹੋ ਰਹੇ ਹਾਂ। ਗੁਰੂ ਸਾਹਿਬਾਂ ਨੇ ਬਾਣੀ ਵਿੱਚ ਜੀਵ ਦੇ ਇਹਨਾਂ ਬੰਧਨਾਂ ਬਾਬਤ ਇਉਂ ਤਾੜਨਾ ਕੀਤੀ ਹੈ। ਮੇਰੇ ਜੀਅੜਿਆ ਪਰਦੇਸੀਆ, ਕਿਤ ਪਵੈ ਜੰਜਾਲੇ ਰਾਮ। ਜਾਲੀ ਰੈਨ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ। ਰਸ ਰਸ ਚੋਗ ਚੁਗੈ ਨਿਤ ਫਾਸੈ, ਛੂਟਸ ਮੂੜੇ ਕਵਨ ਗੁਣੀ। ਗੁਰਬਾਣੀ ਅਤੇ ਹੋਰ ਅਨੇਕਾਂ ਮਹਾਂਪੁਰਖਾਂ ਦੀ ਤਾੜਨਾ ਦੇ ਬਾਵਜੂਦ ਜੀਵ ਕਈ ਕਿਸਮ ਦੇ ਬੰਧਨਾਂ ਵਿੱਚ ਫਸਿਆ ਹੋਇਆ ਹੈ। ਪਰ ਇਹਨਾਂ ਬੰਧਨਾਂ ਤੋਂ ਅਣਜਾਣ ਹੋਣ ਕਾਰਨ ਇਨਸਾਨ ਇਹ ਸਮਝੀ ਬੈਠਾ ਹੈ ਕਿ ਮੈਂ ਆਜ਼ਾਦ ਹਾਂ ਤੇ ਮੈਨੂੰ ਕੋਈ ਬੰਧਨ ਨਹੀਂ। ਇਸ ਲਈ ਇਹਨਾਂ ਮਾਨਸਿਕ ਬੰਧਨਾਂ ਤੋਂ ਛੁੱਟਣ ਦਾ ਕੋਈ ਉਪਰਾਲਾ ਵੀ ਨਹੀਂ ਕਰ ਰਿਹਾ, ਬਲਕਿ ਆਪਣੀ ਅਗਿਆਨਤਾ ਦੁਆਰਾ ਗਲਤ ਕਰਮ ਕਰਦਾ ਹੋਇਆ ਅਚੇਤ ਹੀ ਨਿਤ ਨਵੇਂ ਕਰਮਾਂ ਦੀਆਂ ਜ਼ੰਜੀਰਾਂ ਘੜ-ਘੜ ਕੇ ਬੰਧਨਾਂ ਵਿੱਚ ਜਕੜਿਆ ਜਾ ਰਿਹਾ ਹੈ ਅਤੇ ਪੁਰਾਣੀਆਂ ਜੰਜੀਰਾਂ ਨੂੰ ਹੋਰ ਸ਼ਕਤੀਮਾਨ ਕਰ ਰਿਹਾ ਹੈ।
ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜੀਵ ਨੂੰ ਸੁਚੇਤ ਕਰਨ ਲਈ ਗੁਰਬਾਣੀ ਵਿੱਚ ਇਹਨਾਂ ਕਈ ਤਰ੍ਹਾਂ ਦੇ ਬੰਧਨਾਂ ਨੂੰ ਖੋਲ ਕੇ ਦਰਸਾਇਆ ਗਿਆ ਹੈ ਅਤੇ ਇਹਨਾਂ ਤੋਂ ਬਚਣ ਤੇ ਛੁੱਟਣ ਦੇ ਸਾਧਨ ਵੀ ਦੱਸੇ ਗਏ ਹਨ। ਆਓ ਅਸੀਂ ਹੁਣ ਇਹਨਾਂ ਇਨਸਾਨੀ ਬੰਧਨਾਂ ਦੀਆਂ ਕੁਝ ਕਿਸਮਾਂ ਦੀ ਵਿਚਾਰ ਕਰੀਏ। ਪਹਿਲਾ ਹੈ ਹਉਮੈ ਦਾ ਬੰਧਨ। ਹਉਮੈ ਸਾਡੇ ਕਰਮਾਂ ਅਤੇ ਬੰਧਨਾਂ ਦਾ ਮੂਲ ਕਾਰਨ ਹੈ। ਜੇ ਅਸੀਂ ਇਲਾਹੀ ਹੁਕਮ ਦੀ ਰਜ਼ਾ ਵਿੱਚ ਚੱਲਣ ਦੀ ਜਾਂਚ ਸਿੱਖ ਲਈਏ ਤਾਂ ਅਸੀਂ ਹਉਮੈ ਵੇੜੇ ਕਰਮਾਂ ਦੇ ਬੰਧਨਾਂ ਤੋਂ ਬਚ ਸਕਦੇ ਹਾਂ। ਹਾਂਜੀ, ਜੇ ਅਸੀਂ ਇਲਾਹੀ ਹੁਕਮ ਦੀ ਰਜ਼ਾ ਵਿੱਚ ਚੱਲਣ ਦੀ ਜਾਂਚ ਸਿੱਖ ਲਈਏ। ਪਰ ਸਾਡੇ ਲਈ ਰਜ਼ਾ ਵਿੱਚ ਚੱਲਣਾ ਤਾਂ ਇੱਕ ਪਾਸੇ ਰਿਹਾ, ਸਾਨੂੰ ਤਾਂ ਅਜੇ ਰੱਬੀ ਹੁਕਮ ਦੀ ਸੋਝੀ ਵੀ ਨਹੀਂ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਏ। ਇਸੇ ਕਾਰਨ ਹਉਮੈ ਵਿੱਚ ਜਿਉ ਬੰਦ ਹੈ, ਨਾਮ ਨਾ ਵਸੈ ਮਨ ਆਏ ਵਾਲੀ ਹਾਲਤ ਵਰਤ ਰਹੀ ਹੈ। ਇਲਾਹੀ ਹੁਕਮ ਸਾਡੇ ਲਈ ਸੁਖਦਾਈ ਅਤੇ ਕਲਿਆਣ ਰੂਪ ਹੈ। ਬਾਕੀ ਸਾਰੀਆਂ ਜੂਨਾਂ ਦੇ ਜੀਵ ਅਚੇਤ ਹੀ ਸਹਿਜ ਸੁਭਾਏ ਇਸ ਹੁਕਮ ਵਿੱਚ ਚੱਲ ਰਹੇ ਹਨ। ਇਸੇ ਲਈ ਇਨਸਾਨਾਂ ਨਾਲੋਂ ਵੱਧ ਆਜ਼ਾਦ ਅਤੇ ਸੁਖੀ ਹਨ ਤੇ ਕਰਮਬੱਧ ਨਹੀਂ ਹਨ। ਅਸਲ ਵਿੱਚ ਹਉਮੈ ਦਾ ਭਾਵ ਹੈ ਆਪਣੇ ਆਪ ਨੂੰ ਅਕਾਲ ਪੁਰਖ ਦੀ ਅੰਸ਼ ਸਮਝਣ ਦੀ ਥਾਂ ਇੱਕ ਅਡਰੀ ਹਸਤੀ ਸਮਝਣਾ। ਹਾਂਜੀ, ਹਉਮੈ ਦਾ ਭਾਵ ਹੈ ਆਪਣੇ ਆਪ ਨੂੰ ਅਕਾਲ ਪੁਰਖ ਦੀ ਅੰਸ਼ ਸਮਝਣ ਦੀ ਥਾਂ ਇੱਕ ਅਡਰੀ ਹਸਤੀ ਸਮਝਣਾ। ਇਹ ਜੀਵ ਆਪਣੀ ਹੋਂ ਵਿੱਚ ਹੀ ਜੰਮਦਾ ਹੈ, ਹਉਮੈ ਵੇੜੇ ਕਰਮ ਕਰਦਾ ਹੋਇਆ ਜੰਜਾਲਾਂ ਵਿੱਚ ਫਸਦਾ ਤੇ ਕਾਲ ਦੇ ਵਸ ਪੈ ਕੇ ਆਵਾਗਮਨ ਦੇ ਗੇੜ ਵਿੱਚ ਫਸਿਆ ਰਹਿੰਦਾ ਹੈ। ਇਹ ਸਰੀਰ ਮਾਇਆ ਕਾ ਪੁਤਲਾ ਵਿੱਚ ਹਉਮੈ ਦੁਸ਼ਟੀ ਪਾਈ, ਆਵਣ ਜਾਣਾ ਜੰਮਣ ਮਰਨਾ ਮਨਮੁਖ ਪਤ ਗਵਾਈ। ਦੁੱਖ ਸੁਖ ਇਹ ਜਿਉ ਬੱਧ ਹੈ, ਹਉਮੈ ਕਰਮ ਕਮਾਏ। ਹਉਮੈ ਵਿੱਚ ਆਇਆ, ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖਟਿਆ, ਹੋਂ ਵਿੱਚ ਗਿਆ। ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹਉਮੈ ਕਰ ਕਰ ਜੰਤ ਉਪਾਇਆ। ਹਉਮੈ ਬੁਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ। ਨਾਨਕ ਹੁਕਮੀ ਲਿਖੀਐ ਲੇਖ, ਜੇਹਾ ਵੇਖੈ ਤੇਹਾ ਵੇਖ। ਦੂਜਾ ਹੈ ਜੀ ਮੈਂ ਮੇਰੀ ਦਾ ਬੰਧਨ। ਮੈਂ ਮੇਰੀ ਅਥਵਾ ਹਉਮੈ ਦੀ ਭਾਵਨਾ ਦੇ ਬੰਧਨ। ਮੈਂ ਮੇਰੀ ਦਾ ਖਿਆਲ ਹਉਮੈ ਵਿੱਚੋਂ ਹੀ ਉਪਜਦਾ ਹੈ। ਮੈਂ ਮੇਰੀ ਦੀ ਭਾਵਨਾ ਦਿਨ ਰਾਤ ਸੁਪਨੇ ਵਿੱਚ ਵੀ ਸਾਡੇ ਨਾਲ ਚਿਮੜੀ ਰਹਿੰਦੀ ਹੈ। ਇਸ ਹਉਮੈ ਵੇੜੀ ਭਾਵਨਾ ਅਧੀਨ ਅਸੀਂ ਕਰਮ ਕਰਦੇ ਅਤੇ ਨਤੀਜੇ ਭੁਗਤਦੇ ਹੋਏ ਦੁਖੀ ਹੁੰਦੇ ਰਹਿੰਦੇ ਹਾਂ। ਭਲੀ ਭਾਂਤ ਜਾਣਦਿਆਂ ਹੋਇਆਂ ਕਿ ਇਹ ਸਰੀਰ, ਇਹ ਮਾਲ ਧਨ, ਇਹ ਸਾਖ ਸੰਬੰਧੀ, ਇਹ ਜ਼ਮੀਨ ਜਾਇਦਾਦ, ਇਹ ਸਭ ਕੁਝ ਨਾਸ਼ਵਾਨ ਹਨ ਅਤੇ ਇਹਨਾਂ ਵਿੱਚੋਂ ਕੁਝ ਵੀ ਨਾਲ ਨਹੀਂ ਜਾਣਾ, ਫਿਰ ਵੀ ਜੀਵ ਇਹਨਾਂ ਨੂੰ ਆਪਣਾ ਸਮਝ ਕੇ ਜੱਫਾ ਪਾਈ ਬੈਠਾ ਹੈ ਤੇ ਮੈਂ ਮੇਰੀ ਦੇ ਬੰਧਨਾਂ ਵਿੱਚ ਜਕੜਿਆ ਹੋਇਆ ਹੈ। ਇਹਨਾਂ ਬਿਨਸਨਹਾਰ ਪਦਾਰਥਾਂ ਉੱਤੇ ਆਪਣਤ ਜਤਾਉਣੀ ਸਾਡੇ ਮਾਨਸਿਕ ਭਰਮ ਭੁਲੇਖੇ ਦਾ ਹੀ ਸਿੱਟਾ ਹੈ। ਦੂਜੇ ਲਫ਼ਜ਼ਾਂ ਵਿੱਚ ਮੈਂ ਮੇਰੀ ਦਾ ਦ੍ਰਿੜ ਹੋਇਆ ਨਿਸ਼ਚਾ ਹੀ ਜੀਵ ਦੇ ਸਾਰੇ ਦੁੱਖਾਂ, ਕਲੇਸ਼ਾਂ, ਫਿਕਰ, ਚਿੰਤਾ ਆਦਿ ਦਾ ਮੂਲ ਕਾਰਨ ਹੈ। ਹਾਂਜੀ, ਬਹੁਤ ਵੱਡਾ ਨੁਕਤਾ ਹੈ। ਦੂਜੇ ਲਫ਼ਜ਼ਾਂ ਵਿੱਚ ਮੈਂ ਮੇਰੀ ਦਾ ਦ੍ਰਿੜ ਹੋਇਆ ਨਿਸ਼ਚਾ ਹੀ ਜੀਵ ਦੇ ਸਾਰੇ ਦੁੱਖਾਂ, ਕਲੇਸ਼ਾਂ, ਫਿਕਰ, ਚਿੰਤਾ ਆਦਿ ਦਾ ਮੂਲ ਕਾਰਨ ਹੈ। ਇਹ ਤਨ ਸੰਪੈ ਮਾਇਆ ਝੂਠੀ, ਅੰਤ ਛੋੜ ਗਿਆ ਪਛਤਾਈ। ਮੇਰਾ ਮੇਰਾ ਕਰ ਕਰ ਵਿਗੂਤਾ, ਆਤਮ ਨ ਚੀਨੈ ਪਰਮੈ ਵਿੱਚ ਸੂਤਾ। ਮੇਰਾ ਤੇਰਾ ਜਾਣਤਾ ਤਬ ਹੀ ਤੇ ਬੰਧਾ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਨਰਕ ਸੁਰਗ ਅਵਤਾਰ ਮਾਇਆ ਤੰਦਿਆ। ਮੇਰੀ ਮੇਰੀ ਕਰ ਕਰ ਮੁਠੋ, ਪਾਪ ਕਰਤ ਨਹਿ ਪਰੀ ਦਇਆ। ਅਗਲਾ ਹੈ ਸਰੀਰਕ ਬੰਧਨ। ਸਰੀਰ ਆਪਣੇ ਆਪ ਕੋਈ ਕਰਮ ਨਹੀਂ ਕਰ ਸਕਦਾ। ਇਹ ਸਾਡੇ ਖਿਆਲਾਂ, ਸਾਡੀਆਂ ਭਾਵਨਾਵਾਂ, ਵਲਵਲਿਆਂ ਅਤੇ ਆਦਤਾਂ ਦੇ ਪ੍ਰਗਟਾਵੇ ਦਾ ਸਾਧਨ ਹੈ। ਕਿਸੇ ਖਿਆਲ ਜਾਂ ਕਰਮ ਦਾ ਸਰੀਰ ਦੁਆਰਾ ਮੁੜ ਮੁੜ ਕੇ ਅਭਿਆਸ ਕੀਤਾ ਜਾਵੇ ਤਾਂ ਸਰੀਰ ਨੂੰ ਉਸ ਕਰਮ ਦੀ ਆਦਤ ਪੈ ਜਾਂਦੀ ਹੈ ਅਤੇ ਉਹ ਕਰਮ ਸਾਡਾ ਸੁਭਾਅ ਬਣ ਜਾਂਦਾ ਹੈ।
ਜੇਕਰ ਅਸੀਂ ਇਹਨਾਂ ਬੇਲੋੜੀਆਂ ਅਤੇ ਹਾਨੀਕਾਰਕ ਹਰਕਤਾਂ ਨੂੰ ਰੋਕਣਾ ਵੀ ਚਾਹੀਏ ਤਾਂ ਵੀ ਸਰੀਰ ਆਪਣੀਆਂ ਦ੍ਰਿੜ ਹੋਈਆਂ ਆਦਤਾਂ ਅਨੁਸਾਰ ਸਹਿਜ ਸੁਭਾਏ ਅਣਜਾਣੇ ਹੀ ਉਹ ਹਰਕਤਾਂ ਕਰਦਾ ਰਹਿੰਦਾ ਹੈ। ਇਸ ਤਰ੍ਹਾਂ ਅਸੀਂ ਆਪੂ ਘੜੀਆਂ ਹੋਈਆਂ ਆਦਤਾਂ ਦੇ ਗੁਲਾਮ ਬਣ ਜਾਂਦੇ ਹਾਂ, ਜਿਨ੍ਹਾਂ ਤੋਂ ਛੁਟਕਾਰਾ ਹੋਣਾ ਕਠਿਨ ਹੈ। ਇਸ ਵਿਸ਼ੇ ਨੂੰ ਸਪਸ਼ਟ ਕਰਨ ਲਈ ਕੁਝ ਉਦਾਹਰਨਾਂ ਦਿੱਤੀਆਂ ਜਾਂਦੀਆਂ ਹਨ। ਮਨੁੱਖਾ ਜਨਮ ਦੁਰਲੱਭ ਅਤੇ ਅਨਮੋਲ ਹੈ। ਇਸ ਦੀ ਦੇਖਭਾਲ ਕਰਨਾ, ਇਸ ਨੂੰ ਰੋਗ ਰਹਿਤ ਰੱਖਣਾ ਤੇ ਰਿਸ਼ਟ ਪੁਸ਼ਟ ਬਣਾ ਕੇ ਕੁਦਰਤ ਅਨੁਸਾਰ ਇਸ ਤੋਂ ਉਚਿਤ ਕੰਮ ਲੈਣਾ ਸਾਡਾ ਮੰਤਵ ਹੈ। ਪਰ ਅਸੀਂ ਸਾਦਾ ਅਤੇ ਪੌਸ਼ਟਿਕ ਖੁਰਾਕ ਦੀ ਥਾਂ ਚਟਪਟੇ, ਮਸਾਲੇਦਾਰ ਅਤੇ ਸਵਾਦਲੇ ਪਦਾਰਥ ਖਾਣ ਦੇ ਆਦੀ ਹੋ ਰਹੇ ਹਾਂ, ਜਿਸ ਤਰ੍ਹਾਂ ਕਿ ਪਰੌਂਠੇ, ਪੂਰੀਆਂ, ਕਚੋਰੀਆਂ ਆਦਿ, ਜੋ ਕਿ ਸਾਡੀ ਸਿਹਤ ਲਈ ਹਾਨੀਕਾਰਕ ਹਨ। ਜੇਕਰ ਸਾਨੂੰ ਪਤਾ ਵੀ ਲੱਗ ਜਾਏ ਕਿ ਇਹ ਹਾਨੀਕਾਰਕ ਹਨ ਅਤੇ ਇਹਨਾਂ ਨੂੰ ਛੱਡਣਾ ਚਾਹੀਏ ਤਾਂ ਵੀ ਇਹਨਾਂ ਦਾ ਤਿਆਗ ਨਹੀਂ ਕਰ ਸਕਦੇ। ਇਸ ਤਰ੍ਹਾਂ ਅਸੀਂ ਰਸਨਾ ਦੀ ਚੇਸ਼ਟਾ ਦੇ ਗੁਲਾਮ ਬਣ ਜਾਂਦੇ ਹਾਂ, ਜਿਸ ਨਾਲ ਕਈ ਕਿਸਮਾਂ ਦੀਆਂ ਬਿਮਾਰੀਆਂ ਸਹੇੜ ਲੈਂਦੇ ਹਾਂ। ਇਸੇ ਤਰ੍ਹਾਂ ਸ਼ਰਾਬ ਅਥਵਾ ਤੰਬਾਕੂ ਆਦਿ ਨਸ਼ੀਲੀਆਂ ਵਸਤੂਆਂ ਦੇ ਸੇਵਨ ਕਰਨ ਦੀ ਆਦਤ ਪੈ ਜਾਂਦੀ ਹੈ, ਜਿਸ ਦੇ ਹਾਨੀਕਾਰਕ ਨਤੀਜੇ ਭੁਗਤਦਿਆਂ ਹੋਇਆਂ ਵੀ ਇਹਨਾਂ ਨੂੰ ਛੱਡ ਨਹੀਂ ਸਕਦੇ ਅਤੇ ਆਪੂ ਸਹੇੜੀ ਹੋਈ ਇਹਨਾਂ ਦੀ ਗੁਲਾਮੀ ਵਿੱਚ ਜਕੜੇ ਰਹਿੰਦੇ ਹਾਂ ਤੇ ਦੁੱਖ, ਕਲੇਸ਼, ਬਿਮਾਰੀਆਂ ਆਦਿ ਭੋਗਦੇ ਹਾਂ। ਕਈ ਕਿਸਮਾਂ ਦੇ ਅਮਲਾਂ ਵਿੱਚ ਵੀ ਕਈ ਜੀਵ ਜਕੜੇ ਹੋਏ ਹਨ, ਜਿਹਾ ਕਿ ਅਫੀਮ, ਚਰਸ, ਗਾਂਜਾ, ਨਸ਼ੀਲੀਆਂ ਗੋਲੀਆਂ ਆਦਿ, ਜੋ ਸਾਡੇ ਜੀਵਨ ਨੂੰ ਤਬਾਹ ਕਰ ਰਹੇ ਹਨ। ਪੱਛਮੀ ਦੇਸ਼ਾਂ ਦੀ ਅਖੌਤੀ ਨਵੀਨ ਸੱਭਿਅਤਾ ਵੀ ਇਸ ਨਸ਼ੀਲੀ ਗੁਲਾਮੀ ਤੋਂ ਬਚ ਨਹੀਂ ਸਕੀ ਅਤੇ ਹੋਰਨਾਂ ਦੇਸ਼ਾਂ ਦੀ ਅਗਵਾਈ ਕਰ ਰਹੇ ਹਨ। ਕਈ ਜੀਵ ਨੀਵੀਆਂ ਵਾਸ਼ਨਾਵਾਂ ਦੀ ਗੁਲਾਮੀ ਵਿੱਚ ਫਸ ਕੇ ਕਈ ਕਿਸਮ ਦੇ ਪਾਪ ਕਮਾਉਂਦੇ ਹਨ ਅਤੇ ਲਾ ਇਲਾਜ ਬਿਮਾਰੀਆਂ ਸਹੇੜ ਲੈਂਦੇ ਹਨ, ਜਿਸ ਨਾਲ ਆਪਣਾ ਅਮੋਲਕ ਜੀਵਨ ਤਬਾਹ ਕਰ ਰਹੇ ਹਨ। ਇਹ ਵਾਸ਼ਨਾਵਾਂ ਸਰਬ ਵਿਆਪੀ ਹਨ, ਕਿਉਂਕਿ ਹਰ ਇੱਕ ਕੌਮ, ਜਾਤ ਪਾਤ, ਦੇਸ਼ਾਂ ਦੇ ਇਨਸਾਨ ਇਹਨਾਂ ਵਾਸ਼ਨਾਵਾਂ ਦੀ ਗੁਲਾਮੀ ਵਿੱਚ ਬੁਰੀ ਤਰ੍ਹਾਂ ਜਕੜੇ ਹੋਏ ਹਨ ਅਤੇ ਇਹਨਾਂ ਵਿੱਚ ਖਚਿਤ ਹੋ ਕੇ ਇਨਸਾਨ ਅਤਿਅੰਤ ਦੁੱਖ ਕਲੇਸ਼ ਭੋਗਦੇ ਹੋਏ ਵੀ ਇਹਨਾਂ ਤੋਂ ਬਚ ਨਹੀਂ ਸਕਦੇ, ਸੁਰਖਰੂ ਨਹੀਂ ਹੋ ਸਕਦੇ ਅਤੇ ਨਰਕਮਈ ਜੀਵਨ ਭੋਗਦੇ ਹਨ। ਨੀਵੀਆਂ ਰੁਚੀਆਂ ਅਤੇ ਵਾਸ਼ਨਾਵਾਂ ਦੇ ਮੁੜ-ਮੁੜ ਭੋਗਣ ਨਾਲ ਅਥਵਾ ਅਭਿਆਸ ਕਰਦਿਆਂ ਹੋਇਆਂ ਇਹ ਸ਼ਕਤੀਮਾਨ ਹੋ ਜਾਂਦੀਆਂ ਹਨ। ਇਹ ਸ਼ਕਤੀਮਾਨ ਵਾਸ਼ਨਾਵਾਂ ਸਾਡੇ ਮਨ ਉੱਤੇ ਇਤਨਾ ਕਬਜ਼ਾ ਕਰ ਲੈਂਦੀਆਂ ਹਨ ਕਿ ਸਾਡੀ ਸੋਚ, ਵਿਚਾਰ, ਗਿਆਨ, ਧਿਆਨ, ਕਰਮ ਕਿਰਿਆ ਵੀ ਇਹਨਾਂ ਸ਼ਕਤੀਮਾਨ ਸੰਸਕਾਰਾਂ ਨੂੰ ਕਾਬੂ ਕਰਨ ਤੋਂ ਅਸਮਰੱਥ ਹੋ ਜਾਂਦੇ ਹਨ। ਇਸੇ ਤਰ੍ਹਾਂ ਸਾਡੀ ਉੱਚ ਵਿਦਿਆ, ਵਿਗਿਆਨ ਅਤੇ ਫਿਲਾਸਫੀਆਂ ਵੀ ਇਹਨਾਂ ਸ਼ਕਤੀਮਾਨ ਵਾਸ਼ਨਾਵਾਂ ਨੂੰ ਕਾਬੂ ਨਹੀਂ ਕਰ ਸਕੀਆਂ, ਬਲਕਿ ਜਿਉਂ-ਜਿਉਂ ਅਖੌਤੀ ਨਵੀਨ ਸੱਭਿਅਤਾ, ਮਾਡਰਨ ਸਿਵਲਾਈਜੇਸ਼ਨ ਦੀ ਤਰੱਕੀ ਹੋ ਰਹੀ ਹੈ, ਤਿਉਂ-ਤਿਉਂ ਸਾਡੀਆਂ ਵਾਸ਼ਨਾਵਾਂ ਵੀ ਹੋਰ ਸੂਖਮ ਅਤੇ ਵਿਕਸਿਤ ਹੋ ਰਹੀਆਂ ਹਨ। ਗਿਆਨ, ਧਿਆਨ ਸਭ ਕੋਈ ਰਵੈ, ਬੰਧਨ ਬਾਂਧਿਆ ਸਭ ਜਗ ਪਵੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਸ਼ਕਤੀਮਾਨ ਹੋਈਆਂ ਨੀਵੀਆਂ ਵਾਸ਼ਨਾਵਾਂ ਤੇ ਕਾਬੂ ਪਾਉਣ ਲਈ ਸਾਡੇ ਅਜੋਕੇ ਧਰਮ ਵੀ ਅਸਮਰੱਥ ਹੋ ਗਏ ਹਨ, ਬਲਕਿ ਧਰਮ ਦੀ ਆੜ ਵਿੱਚ ਇਹ ਵਾਸ਼ਨਾਵਾਂ ਵੱਧ ਫੁੱਲ ਰਹੀਆਂ ਹਨ। ਬਿਖੈ ਬਿਖੈ ਕੀ ਬਾਸਨਾ ਤਜੀਏ ਨਹਿ ਜਾਈ, ਅਨੇਕ ਯਤਨ ਕਰ ਰਾਖੀਐ ਫਿਰ ਲਪਟਾਈ। ਕਈਆਂ ਨੂੰ ਹਰ ਗੱਲ ਨਾਲ ਕੋਈ ਬੇਮਾਨੇ ਲਫ਼ਜ਼ ਜੋੜਨ ਜਾਂ ਗਾਲ ਕੱਢਣ ਦੀ ਆਦਤ ਪੈ ਜਾਂਦੀ ਹੈ, ਜਿਸ ਨੂੰ ਤਕੀਆ ਕਲਾਮ ਕਿਹਾ ਜਾਂਦਾ ਹੈ। ਇਹ ਬੇਲੋੜੇ ਤੇ ਹਾਸੋਹੀਣੇ ਲਫ਼ਜ਼ ਸਾਡੀ ਗੁਫ਼ਤਾਰ ਅਥਵਾ ਬੋਲੀ ਨੂੰ ਵੀ ਹਾਸੋਹੀਣਾ ਬਣਾ ਦਿੰਦੇ ਹਨ। ਮਿਸਾਲ ਦੇ ਤੌਰ ਤੇ ਇੱਕ ਵਡੇਰੀ ਉਮਰ ਦਾ ਡਾਕਟਰ ਸੰਗਤ ਵਿੱਚ ਆਇਆ। ਉਹ ਆਪਣੀ ਆਦਤ ਅਨੁਸਾਰ ਹਰ ਗੱਲ ਨਾਲ ਇੱਕ ਨੰਗੀ ਗਾਲ ਸ਼ਾਮਲ ਕਰਦਾ ਸੀ। ਜਦ ਉਸ ਦਾ ਧਿਆਨ ਇਸ ਗੱਲ ਵੱਲ ਦਿਵਾਇਆ ਗਿਆ ਤਾਂ ਉਹ ਝੱਟ ਗਾਲ ਕੱਢ ਕੇ ਬੋਲਿਆ, ਕਿਹੜਾ ਗਾਲਾਂ ਕੱਢਦਾ ਹੈ? ਇਸ ਤੋਂ ਸਾਬਤ ਹੁੰਦਾ ਹੈ ਕਿ ਉਸ ਸਿਆਣੇ ਬਿਆਣੇ ਡਾਕਟਰ ਨੂੰ ਇਹਨਾਂ ਨੰਗੀਆਂ ਗਾਲਾਂ ਦਾ ਅਹਿਸਾਸ ਹੀ ਨਹੀਂ ਰਿਹਾ ਸੀ। ਉਹ ਆਪਣੀ ਸੱਭਿਅਤਾਹੀਣ ਗੰਦੀ ਆਦਤ ਦਾ ਇਤਨਾ ਆਦੀ ਹੋਇਆ ਸੀ ਕਿ ਗਾਲ ਕੱਢਣੀ ਉਸਦੇ ਜੀਵਨ ਦਾ ਅੰਗ ਬਣ ਗਿਆ ਸੀ। ਪਿੰਡਾਂ ਵਿੱਚ ਤਾਂ ਲੋਕੀ ਗਾਲ ਕੱਢੇ ਬਗੈਰ ਕੋਈ ਗੱਲ ਹੀ ਨਹੀਂ ਕਰਦੇ, ਜਿਸ ਤੋਂ ਸਾਡੀ ਨੀਵੀਂ ਸੱਭਿਅਤਾ ਦਾ ਪ੍ਰਗਟਾਵਾ ਹੁੰਦਾ ਹੈ ਅਤੇ ਜਿਸ ਦਾ ਅਸਰ ਅਗਲੀਆਂ ਪੀੜ੍ਹੀਆਂ ਉੱਤੇ ਪੈਣਾ ਵੀ ਲਾਜ਼ਮੀ ਹੈ। ਉੱਪਰਲੀਆਂ ਮਿਸਾਲਾਂ ਦੱਸਦੀਆਂ ਹਨ
ਕਿ ਅਸੀਂ ਆਪੂ ਘੜੀਆਂ ਆਦਤਾਂ ਦੀ ਗੁਲਾਮੀ ਵਿੱਚ ਬੇਵਸ ਹੋਏ ਹਾਂ, ਜਿਨ੍ਹਾਂ ਦਾ ਸਾਨੂੰ ਅਹਿਸਾਸ ਹੀ ਨਹੀਂ। ਛੁੱਟਣ ਦਾ ਖਿਆਲ ਤਾਂ ਕੀ ਆਉਣਾ ਸੀ। ਇਸੇ ਤਰ੍ਹਾਂ ਸਾਡੀ ਸਰੀਰਕ ਪਲੋਸਾ ਪਲਾਸੀ, ਸ਼ਿੰਗਾਰ, ਰਸ, ਸਵਾਦ, ਚੇਸ਼ਟਾ ਸਭ ਬੰਧਨ ਹੀ ਹਨ। ਸਾਡੇ ਜੀਵਨ ਦਾ ਬਹੁਤਾ ਹਿੱਸਾ, ਧਿਆਨ ਅਤੇ ਸਮਾਂ ਸਰੀਰ ਦੀ ਪਲੋਸਾ ਪਲੋਸੀ, ਅਛਨੇ ਪਛਨੇ, ਪਾਲਣ ਪੋਸ਼ਣ, ਹਾਰ ਸ਼ਿੰਗਾਰ ਤੇ ਜ਼ਾਇਆ ਹੁੰਦਾ ਹੈ। ਸਰੀਰਕ ਹੋਂਦ ਦਾ ਅਹਿਸਾਸ ਅਤੇ ਇਸ ਦੀ ਵਿਸ਼ੇਸ਼ਤਾ ਦੇ ਧੁਰੇ ਉਦਾਲੇ ਹੀ ਸਾਡਾ ਮਨ, ਬੁੱਧੀ ਅਤੇ ਧਿਆਨ ਘੁੰਮਦਾ ਰਹਿੰਦਾ ਹੈ। ਹਾਂਜੀ, ਸਰੀਰਕ ਹੋਂਦ ਦਾ ਅਹਿਸਾਸ ਤੇ ਇਸ ਦੀ ਵਿਸ਼ੇਸ਼ਤਾ, ਇਸ ਦੀ ਇੰਪੋਰਟੈਂਸ, ਇਸ ਦੇ ਧੁਰੇ ਉਦਾਲੇ ਹੀ ਸਾਡਾ ਮਨ, ਬੁੱਧੀ ਅਤੇ ਧਿਆਨ ਘੁੰਮਦਾ ਰਹਿੰਦਾ ਹੈ। ਇਸ ਲਈ ਸਾਡਾ ਸਰੀਰ ਵੀ ਸਾਡੇ ਬੰਧਨਾਂ ਦਾ ਇੱਕ ਕਾਰਨ ਹੈ। ਇਹ ਸਰੀਰ ਸਭ ਮੂਲ ਹੈ ਮਾਇਆ, ਦੂਜੈ ਪਾਏ ਭਰਮ ਭੁਲਾਇਆ। ਜੇਤੇ ਰਸ ਸਰੀਰ ਕੇ ਤੇਤੇ ਲੱਗੈ ਦੁੱਖ। ਅਗਲੇ ਬੰਧਨ ਹਨ ਕਰਮ ਕਾਂਡਾਂ ਅਤੇ ਵਹਿਮਾਂ ਦੇ ਬੰਧਨ। ਇਤਨੀ ਨਵੀਨ ਵਿਦਿਆ, ਧਾਰਮਿਕ ਗਿਆਨ ਅਤੇ ਫਿਲਾਸਫੀਆਂ ਦੇ ਹੁੰਦਿਆਂ ਹੋਇਆਂ ਅਜੇ ਵੀ ਅਸੀਂ ਪੁਰਾਣੇ ਵਹਿਮਾਂ ਦੇ ਆਧਾਰ ਤੇ ਅਨੇਕਾਂ ਕਰਮ ਕਾਂਡਾਂ ਅਤੇ ਵਹਿਮਾਂ ਵਿੱਚ ਫਸ ਕੇ ਦੁਖੀ ਹੋ ਰਹੇ ਹਾਂ। ਅਫਸੋਸ ਤਾਂ ਇਸ ਗੱਲ ਦਾ ਹੈ ਕਿ ਸਾਡੇ ਵਿਦਵਾਨ ਅਤੇ ਗਿਆਨੀ ਧਿਆਨੀ ਵੀ ਇਹਨਾਂ ਵਹਿਮਾਂ ਦੇ ਬੰਧਨਾਂ ਤੋਂ ਛੁੱਟ ਨਹੀਂ ਸਕੇ। ਅਸੀਂ ਰੀਸੋ ਰੀਸੀ, ਬੱਧਾ ਚੱਟੀ, ਅਣਜਾਣੇ, ਬੇਲੋੜੇ, ਲੋਕ ਦਿਖਾਵੇ ਲਈ ਕਰਮ ਕਾਂਡਾਂ ਦੇ ਬੰਧਨਾਂ ਵਿੱਚ ਪਏ ਰਹਿੰਦੇ ਹਾਂ। ਦੂਜੇ ਲਫ਼ਜ਼ਾਂ ਵਿੱਚ, ਜਿਉਂ-ਜਿਉਂ ਸਾਡੀ ਵਿਦਿਆ, ਵਿਗਿਆਨ, ਫਿਲਾਸਫੀ, ਅਖੌਤੀ ਸੱਭਿਅਤਾ ਅਤੇ ਅਖੌਤੀ ਧਰਮਾਂ ਦਾ ਵਿਕਾਸ ਹੋ ਰਿਹਾ ਹੈ, ਤਿਉਂ-ਤਿਉਂ ਸਾਡੀ ਸਰੀਰਕ, ਮਾਨਸਿਕ ਅਤੇ ਧਾਰਮਿਕ ਅਵਸਥਾ ਨਿਗਰਦੀ ਜਾ ਰਹੀ ਹੈ ਅਤੇ ਅਸੀਂ ਇਹਨਾਂ ਕਿਸਮ-ਕਿਸਮ ਦੇ ਬੰਧਨਾਂ ਵਿੱਚ ਫਸ ਕੇ ਅਮੋਲਕ ਜੀਵਨ ਅਜਾਈਂ ਗਵਾ ਰਹੇ ਹਾਂ। ਸੁਣਿਆ ਹੈ ਕਿ ਭਾਰਤ ਵਿੱਚ ਤਕਰੀਬਨ 1 ਕਰੋੜ ਅਖੌਤੀ ਸਾਧੂ, ਸੰਤ, ਫਕੀਰ, ਔਲੀਏ ਗੁਰੂ ਧਰਮ ਦੇ ਠੇਕੇਦਾਰ ਬਣੇ ਫਿਰਦੇ ਹਨ, ਪਰ ਉਹ ਖੁਦ ਹੀ ਅਨੇਕਾਂ ਕਿਸਮ ਦੇ ਫੋਕਟ ਕਰਮ ਕਿਰਿਆ ਦੇ ਬੰਧਨਾਂ ਵਿੱਚ ਫਸੇ ਹੋਏ ਹਨ। ਗੁਰਬਾਣੀ ਵਿੱਚ ਇਹਨਾਂ ਕਰਮ ਕਾਂਡਾਂ ਅਤੇ ਵਹਿਮਾਂ ਦੀ ਤਸਵੀਰ ਇਉਂ ਖਿੱਚੀ ਹੈ। ਸਾਸਤ ਸਿਮਰਤ ਬੇਦ ਚਾਰ ਮੁਖਾਗਰ ਵਿਚਰੇ, ਤਪੇ ਤਪੀਸਰ ਜੋਗੀਆ ਤੀਰਥ ਗਵਨ ਕਰੇ। ਖਟ ਕਰਮਾਂ ਤੇ ਦੁੱਗਣੇ ਪੂਜਾ ਕਰਤਾ ਨਾਏ, ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ। ਪਾਠ ਪੜਿਓ ਅਰ ਬੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ। ਪੰਜ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਦੇ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਕਾਹੂ ਲੈ ਪਾਹਨ ਪੂਜ ਤਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। काहू लख्यो हर वाची दिशा में, काहू पछा को शीस निवायो। को बुतान को पूजत है पस, को मिरतान को पूजन तायो। कूर किरिया उर्ज्यो सब ही जग, श्री भगवान को भेद ना पायो। अगला है राजसी बंधन। भावें असी राजसी तौर ते दूजे देश दी गुलामी तो आजाद हाँ, पर असी अपनी नौकरशाही, रिश्वतखोरी, ब्लैक मार्केटिंग, मिलावट, तानाशाही, पार्टीबाजी आदि दे बंधनां विच अजे भी बुरी तरह जकड़े होए हाँ। साडा बहुता समां ते ताकत इस नीवीं राजसी खिच्चो ताण विच ही लगदा है। कल काती राजे कसाई, धर्म पंख कर उडरिया। कूड़ अमावस सच चंद्रमा, दिसै नाही कह चढ़िया। साडे जीवन दे हर पख अथवा रगो रेशे विच ਇਹ ਨੀਵੀਆਂ ਇਖਲਾਕਹੀਣ ਰੁਚੀਆਂ ਤਸ ਵਸ ਰਸ ਚੁੱਕੀਆਂ ਹਨ ਅਤੇ ਅਸੀਂ ਇਹਨਾਂ ਦੇ ਬੇਲੋੜੇ ਬੰਧਨਾਂ ਤੋਂ ਅਤਿਅੰਤ ਦੁਖੀ ਹੋ ਰਹੇ ਹਾਂ। ਸਾਡਾ ਦੇਸ਼ ਧਰਮਾਂ ਦਾ ਪੰਗੂੜਾ ਮੰਨਿਆ ਗਿਆ ਹੈ, ਪਰ ਸਾਡੇ ਦੇਸ਼ ਵਿੱਚ ਇਹ ਇਖਲਾਕੀ ਗਿਰਾਵਟ ਅਤਿਅੰਤ ਵੱਧ ਗਈ ਹੈ। ਸਾਡੇ ਧਰਮਾਂ ਨੇ ਇਸ ਇਖਲਾਕੀ ਗਿਰਾਵਟ, ਮੋਰਲ ਡੀਜਨਰੇਸ਼ਨ ਤੋਂ ਉੱਚਾ ਚੁੱਕਣਾ ਸੀ, पर जद साडे अखौती धर्म भी इन्हां कूड़े कर्म किरिया दे वहमां विच फसे होए हन, तां जनता विचारी दा की हाल। बाहर की अगन बूझत जल सरिता कै, नाव में जो अगन लागै कैसे कै बुझाइए। बाहर से भाग ओट लीजियत कोट गढ़, गढ़ में जो लूट लीजै कहो कत जाइए। चोरन के त्रास जाए सरन नरिंद गहे, मारे मही पत जियो कैसे कै बचाइए।
माया डर डर पत हार गुरुद्वार जाइए जावे, तहां जो व्यापे माया कहाँ ठहराइए। अगला है भाईचारक बंधन, सोशल बंधन। ਅਸੀਂ ਸਾਰੇ ਭਾਈਚਾਰਕ ਰਸਮਾਂ ਰਿਵਾਜਾਂ ਦੇ ਬੰਧਨਾਂ ਵਿੱਚ ਜ਼ਬਰਦਸਤ ਜਕੜੇ ਹੋਏ ਹਾਂ ਅਤੇ ਅਤਿਅੰਤ ਦੁਖੀ ਹੋਣ ਦੇ ਬਾਵਜੂਦ ਇਹਨਾਂ ਰਸਮਾਂ ਰਿਵਾਜਾਂ ਨੂੰ ਘਟਾਉਣ ਜਾਂ ਛੱਡਣ ਦੀ ਬਜਾਏ ਵਧਾਈ ਜਾ ਰਹੇ ਹਾਂ। ਸਾਡੇ ਜਨਮ, ਮਰਨ, ਮੰਗਣੀ, ਵਿਆਹ ਤੇ ਹੋਰ ਅਨੇਕਾਂ ਸਮਾਜਿਕ ਤਿਉਹਾਰਾਂ ਨੂੰ ਅਸੀਂ ਇਤਨਾ ਗੁੰਝਲਦਾਰ, ਦਿਖਾਵੇ ਵਾਲਾ ਤੇ ਖਰਚੀਲਾ ਬਣਾ ਦਿੱਤਾ ਹੈ, ਜਿਸ ਨਾਲ ਖੇਚਲ ਤੋਂ ਇਲਾਵਾ ਫਜ਼ੂਲ ਖਰਚੀ ਦੇ ਭਾਰ ਹੇਠਾਂ ਦੱਬ ਕੇ ਖਲਕਤ ਦੁਖੀ ਹੋ ਰਹੀ ਹੈ। ਬਾਵਜੂਦ ਸਾਡੀ ਤਾਲੀਮ, ਨਵੀਂ ਸੱਭਿਅਤਾ ਅਤੇ ਵਿਗਿਆਨਕ ਸੋਚ ਦੇ ਅਸੀਂ ਇਹਨਾਂ ਫਜ਼ੂਲ ਅਤੇ ਦੁਖਦਾਈ ਰਸਮਾਂ ਰਿਵਾਜਾਂ ਨੂੰ ਤੋੜਨ ਦੀ ਹਿੰਮਤ ਤਾਂ ਕੀ ਕਰਨੀ ਸੀ, ਬਲਕਿ ਹੋਰ ਵਧਾ ਚੜਾ ਕੇ ਫਜ਼ੂਲ ਦਿਖਾਵੇ ਕਰਨ ਦੀ ਦੌੜ ਲਗਾਈ ਹੋਈ ਹੈ। ਇਹਨਾਂ ਫਜ਼ੂਲ ਤੇ ਦੁਖਦਾਈ ਰਸਮਾਂ ਰਿਵਾਜਾਂ ਦੀ ਇੱਕ ਮਿਸਾਲ ਦਿੱਤੀ ਜਾਂਦੀ ਹੈ। ਪਿਛਲੇ ਜ਼ਮਾਨੇ ਵਿੱਚ ਜਦ ਲੜਕੀ ਦਾ ਨਾਤਾ ਕੀਤਾ ਜਾਂਦਾ ਸੀ ਤਾਂ ਸਿਰਫ 1 ਰੁਪਇਆ ਸ਼ਗਨ ਦੇ ਕੇ ਕੁੜਮਾਈ ਕੀਤੀ ਜਾਂਦੀ ਸੀ। ਹੁਣ ਕੁੜਮਾਈ ਦਾ ਰਿਵਾਜ ਅਸੀਂ ਇਤਨਾ ਵਧਾ ਲਿਆ ਹੈ ਕਿ ਪਹਿਲਾਂ ਰੋਕਾ, ਫਿਰ ਠਾਕਾ, ਫਿਰ ਸ਼ਗਨ ਦਿੱਤਾ ਜਾਂਦਾ ਹੈ। ਕੁੜਮਾਈ ਅਤੇ ਵਿਆਹ ਦੇ ਹੋਰ ਰਿਵਾਜ ਮਨਮਰਜ਼ੀ ਨਾਲ ਵਧਾਏ ਜਾ ਰਹੇ ਹਨ ਅਤੇ ਇਤਨਾ ਦਿਖਾਵਾ ਤੇ ਫਜ਼ੂਲ ਖਰਚੀ ਕੀਤੀ ਜਾਂਦੀ ਹੈ ਕਿ ਹੈਰਾਨ ਹੋ ਜਾਈਦਾ ਹੈ। ਇਹਨਾਂ ਦੀ ਪੂਰਤੀ ਵਿੱਚ ਹਰ ਪੁਰਸ਼ ਇੱਕ ਦੂਸਰੇ ਤੋਂ ਵੱਧ ਚੜ ਕੇ ਦਿਖਾਵਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਿਸ ਨਾਲ ਲੜਕੇ ਵਾਲਿਆਂ ਦੀ ਭੁੱਖ ਵੀ ਰੀਸੋ ਰੀਸੀ ਵੱਧਦੀ ਜਾਂਦੀ ਹੈ। ਇਸ ਤਰ੍ਹਾਂ ਸਾਡਾ ਭਾਈਚਾਰਾ ਇਹਨਾਂ ਭਾਈਚਾਰਕ ਬੰਧਨਾਂ ਵਿੱਚ ਫਸ ਕੇ ਕਮਜ਼ੋਰ ਹੋ ਰਿਹਾ ਹੈ। ਨਤੀਜਾ ਇਹ ਹੈ ਕਿ ਗਰੀਬ ਲਈ ਲੜਕੀ ਦਾ ਵਿਆਹ ਕਰਨਾ ਅਤ ਮੁਸ਼ਕਿਲ ਅਤੇ ਮਹਿੰਗਾ ਹੋ ਰਿਹਾ ਹੈ। ਜੇ ਸਾਡੀ ਦਿਖਾਵੇ ਦੀ ਜ਼ਹਿਨੀਅਤ ਤੇ ਦਾਜ ਦੀ ਭੁੱਖ ਇਸੇ ਤਰ੍ਹਾਂ ਵੱਧਦੀ ਗਈ ਤਾਂ ਉਹ ਜ਼ਮਾਨਾ ਛੇਤੀ ਆਵੇਗਾ ਜਦ ਲੋਕੀ ਦੁਖੀ ਹੋ ਕੇ ਲੜਕੀਆਂ ਨੂੰ ਜੰਮਦੇ ਹੀ ਮਾਰ ਦਿਆ ਕਰਨਗੇ। ਜਿਸ ਤਰ੍ਹਾਂ ਪੁਰਾਣੇ ਜ਼ਮਾਨੇ ਵਿੱਚ ਮੁਗਲਾਂ ਦੇ ਜ਼ੁਲਮ ਤੋਂ ਬਚਣ ਲਈ ਕੀਤਾ ਜਾਂਦਾ ਸੀ। ਪਰ ਅਫਸੋਸ ਦੀ ਗੱਲ ਇਹ ਹੈ ਕਿ ਸਾਡੇ ਗਿਆਨੀ, ਧਿਆਨੀ, ਵਿਦਵਾਨ, ਧਾਰਮਿਕ ਆਗੂ ਇਹਨਾਂ ਫਜ਼ੂਲ ਦਿਖਾਵਿਆਂ ਅਤੇ ਦੁਖਦਾਈ ਬੰਧਨਾਂ ਨੂੰ ਰੋਕਣ ਜਾਂ ਘਟਾਉਣ ਦੀ ਬਜਾਏ ਖੁਦ ਆਪ ਹੀ ਇਸੇ ਪਾਸੇ ਰੁੜੇ ਜਾ ਰਹੇ ਹਨ। ਕਿੰਨੀ ਦੁਖਦਾਈ ਗੱਲ ਹੈ ਕਿ ਅੱਜ ਕੱਲ੍ਹ ਦੀ ਨਵੀਂ ਸੱਭਿਅਤਾ ਵਿੱਚ ਵੀ ਕਈ ਮਾਸੂਮ ਲੜਕੀਆਂ ਇਹਨਾਂ ਫਜ਼ੂਲ ਰਿਵਾਜਾਂ ਦੇ ਬੰਧਨਾਂ ਕਾਰਨ ਖੁਦਕੁਸ਼ੀ ਕਰਨ ਤੇ ਮਜਬੂਰ ਹੋ ਜਾਂਦੀਆਂ ਹਨ ਅਤੇ ਦਾਜ ਦੇ ਅੰਗੀਠੇ ਤੇ ਕੁਰਬਾਨ ਕੀਤੀਆਂ ਜਾਂਦੀਆਂ। ਇਹਨਾਂ ਰਿਵਾਇਤੀ ਭਾਈਚਾਰਕ ਬੰਧਨਾਂ ਵਿੱਚ ਅਸੀਂ ਇਤਨੇ ਗਲਤਾਨ ਹੋ ਗਏ ਹਾਂ ਕਿ ਮਾਂ-ਬਾਪ ਨੂੰ ਇਸ ਪਾਪ ਪੁੰਨ ਦਾ ਅਹਿਸਾਸ ਹੀ ਨਹੀਂ ਰਿਹਾ। ਐਸੇ ਨਿਰਦਈ, ਜ਼ਾਲਮਾਨਾ ਪਾਪ ਸਿਰਫ ਸਾਡੇ ਦੇਸ਼ ਵਿੱਚ ਹੀ ਹੁੰਦੇ ਹਨ, ਜਿੱਥੇ ਅਜੋਕੇ ਧਰਮਾਂ ਦੀ ਪਰਮਾਰ ਹੈ। ਦੂਜੇ ਦੇਸ਼ਾਂ ਵਿੱਚ ਲੜਕੀ ਅਤੇ ਲੜਕੇ ਵਿੱਚ ਕੋਈ ਫਰਕ ਨਹੀਂ ਸਮਝਿਆ ਜਾਂਦਾ, ਇਸ ਲਈ ਲੜਕੀ ਨਾਲ ਇਹ ਜ਼ੁਲਮ ਨਹੀਂ ਹੁੰਦੇ। ਇਹ ਦਾਜ ਦੇ ਬੰਧਨ ਅਸੀਂ ਆਪੂ ਘੜੇ ਹਨ, ਜਿਸ ਨਾਲ ਅਸੀਂ ਅਤਿਅੰਤ ਦੁਖੀ ਹੁੰਦੇ ਹਾਂ ਅਤੇ ਪਾਪ ਕਮਾਉਂਦੇ ਹਾਂ। ਐਸੇ ਰਸਮ ਰਿਵਾਜ ਅਸੀਂ ਆਪ ਹੀ ਅਥਵਾ ਸਾਡੇ ਭਾਈਚਾਰੇ ਦੁਆਰਾ ਹੀ ਘੜੇ ਜਾਂਦੇ ਹਨ। ਹਰ ਜਾਤ, ਪਾਤ, ਕੌਮ, ਦੇਸ਼ ਵਿੱਚ ਇਹ ਰਸਮ ਰਿਵਾਜ ਵੱਖ-ਵੱਖ ਕਿਸਮਾਂ ਦੇ ਹੁੰਦੇ ਹਨ ਅਤੇ ਬਦਲਦੇ ਵੀ ਰਹਿੰਦੇ ਹਨ। ਅਸੀਂ ਇਹਨਾਂ ਫਜ਼ੂਲ ਅਤੇ ਬੇਮਾਨੇ ਰਸਮਾਂ ਰਿਵਾਜਾਂ ਅਥਵਾ ਵਹਿਮਾਂ ਤੋਂ ਅਤਿਅੰਤ ਦੁਖੀ ਹੁੰਦੇ ਰਹਿੰਦੇ ਹਾਂ। ਇਹ ਭਾਈਚਾਰਕ ਰਸਮਾਂ ਰਿਵਾਜਾਂ ਦੇ ਬੰਧਨ ਧਾਰਮਿਕ ਅਸੂਲ ਅਥਵਾ ਸਰਕਾਰੀ ਕਾਨੂੰਨ ਦੀ ਮਜਬੂਰੀ ਵੀ ਨਹੀਂ ਹਨ। ਫਿਰ ਵੀ ਇਹਨਾਂ ਨੂੰ ਤੋੜਨ ਜਾਂ ਬਦਲਣ ਲਈ ਸਾਨੂੰ ਹੌਸਲਾ ਨਹੀਂ ਪੈਂਦਾ, ਕਿਉਂਕਿ ਅਸੀਂ ਲੋਕ ਪਚਾਰਾ ਅਥਵਾ ਲੋਕਾਚਾਰੀ ਦੇ ਬੰਧਨਾਂ ਵਿੱਚ ਜ਼ਬਰਦਸਤ ਜਕੜੇ ਹੋਏ ਹਾਂ। ਅਗਲਾ ਹੈ ਗਿਆਨ, ਫਿਲਾਸਫੀ ਦੇ ਬੰਧਨ। ਇਹ ਬੜੀ ਸੂਖਮ ਜੰਜੀਰ ਹੈ, ਜਿਸ ਦੀ ਗਿਆਨੀਆਂ ਤੇ ਵਿਦਵਾਨਾਂ ਨੂੰ ਖੁਦ ਸੋਝੀ ਨਹੀਂ, ਕਿਉਂਕਿ ਮਨ ਨੂੰ ਦਿਮਾਗੀ ਗਿਆਨ ਅਥਵਾ ਫਿਲਾਸਫੀ ਦੀ ਪਾਣ ਚੜੀ ਹੁੰਦੀ ਹੈ। ਘਣੇ ਜੰਗਲ ਵਿੱਚ ਜਾਨਵਰਾਂ ਦੇ ਪੈਰਾਂ ਨਾਲ ਇੱਧਰ ਉੱਧਰ ਹਰ ਪਾਸੇ ਅਨੇਕਾਂ ਡੰਡੀਆਂ ਪਈਆਂ ਹੁੰਦੀਆਂ ਹਨ, ਜਿਨ੍ਹਾਂ ਦੀ ਕੋਈ ਸੇਧ ਨਹੀਂ ਹੁੰਦੀ। ਜੇ ਕੋਈ ਇਨਸਾਨ ਐਸੇ ਘਣੇ ਜੰਗਲ ਵਿੱਚ ਵੜ ਜਾਵੇ ਤਾਂ ਉਹ ਜੰਗਲ ਦੇ ਇਸ ਗੋਰਖ ਧੰਦੇ ਵਿੱਚ ਫਸ ਜਾਂਦਾ ਹੈ ਤੇ ਜੰਗਲ ਵਿੱਚੋਂ ਨਿਕਲਣਾ ਅਸੰਭਵ ਹੋ ਜਾਂਦਾ ਹੈ। ਇਸੇ ਤਰ੍ਹਾਂ ਤੀਖਣ ਬੁੱਧੀ ਦੀਆਂ ਬਾਲ ਕੀ ਖਾਲ ਨਿਕਾਲਣ ਵਾਲੀਆਂ ਗੁੰਝਲਦਾਰ ਫਿਲਾਸਫੀਆਂ ਦੇ ਜੰਗਲ ਵਿੱਚ ਜੇ ਮਨ ਫਸ ਜਾਵੇ ਤਾਂ ਇਸ ਵਿੱਚੋਂ ਨਿਕਲਣਾ ਅਸੰਭਵ ਹੁੰਦਾ ਹੈ। ਜੇ ਇੱਕ ਨੁਕਤਾ ਜਾਂ ਸ਼ੰਕਾ ਹੱਲ ਹੁੰਦਾ ਹੈ ਤਾਂ 10 ਹੋਰ ਖੜੇ ਹੋ ਜਾਂਦੇ ਹਨ। ਇਸ ਦਾ ਕਾਰਨ ਇਹ ਹੈ ਕਿ ਗਿਆਨੀ ਜਾਂ ਫਿਲਾਸਫਰ
ਹਰ ਇੱਕ ਨੁਕਤੇ ਨੂੰ ਆਪਣੀ ਤੀਖਣ ਬੁੱਧੀ ਨਾਲ ਪਰਖਦਾ, ਤੋਲਦਾ ਅਤੇ ਸਿੱਟੇ ਕੱਢਦਾ ਹੈ। ਅਸੀਂ ਬੁੱਧੀ ਮੰਡਲ ਵਾਲੇ ਕੀ, ਕਿਉਂ ਅਤੇ ਕਿਵੇਂ ਦੀ ਖੋਜ ਵਿੱਚ ਇਤਨੇ ਖੁੱਬੇ ਹੋਏ ਹਾਂ ਕਿ ਮੁੱਢਲਾ ਅਸਲੀ ਨੁਕਤਾ ਲਾਂਭੇ ਰਹਿ ਜਾਂਦਾ ਹੈ। ਇਹ ਸਾਰੀ ਤ੍ਰੈਗੁਣੀ ਬੁੱਧੀ ਮੰਡਲ ਦੀ ਖੇਡ ਹੈ, ਜਿਸ ਵਿੱਚ ਸਾਡਾ ਮਨ ਗਲਤਾਨ ਹੋਇਆ ਰਹਿੰਦਾ ਹੈ ਅਤੇ ਅਸੀਂ ਆਪੋ ਆਪਣੀ ਸੀਮਤ ਬੁੱਧੀ ਦੇ ਗਿਆਨ ਜਾਂ ਫਿਲਾਸਫੀ ਵਿੱਚ ਕੈਦ ਹੋਏ ਰਹਿੰਦੇ ਹਾਂ। ਜਦ ਤੱਕ ਗੁਰਪ੍ਰਸਾਦ ਦੁਆਰਾ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸਾਡੇ ਅੰਤਰ-ਆਤਮੇ ਅਨੁਭਵੀ ਗਿਆਨ ਨਹੀਂ ਉਪਜਦਾ, ਤਦ ਤੱਕ ਅਸੀਂ ਆਪਣੇ ਸੀਮਤ ਬੁੱਧੀ ਮੰਡਲ ਦੇ ਭਰਮ ਭੁਲਾਵੇ ਦੇ ਬੰਧਨਾਂ ਵਿੱਚ ਹੀ ਵਿਚਰਦੇ ਰਹਾਂਗੇ ਤੇ ਆਤਮ ਮੰਡਲ ਦੇ ਅਨੁਭਵੀ ਝਲਕਾਰੇ, ਰਸ, ਰੰਗ, ਪ੍ਰੇਮ ਸਵੈਪਨਾ ਤੋਂ ਵਾਂਝੇ ਰਹਾਂਗੇ। ਜੇਤੀ ਸਿਆਣਪ ਕਰਮ ਹੋ ਕੀਏ, ਤੇਤੇ ਬੰਧ ਪਰੇ। ਸਿਆਣਪ ਕਾਹੂ ਕਾਮ ਨਾ ਆਤ, ਜੋ ਅਨੁਰੂਪਿਓ ਠਾਕੁਰ ਮੇਰੈ, ਹੋਏ ਰਹੀ ਉਹ ਬਾਤ। ਪੜ ਪੜ ਭੁੱਲੈ ਚੋਟਾਂ ਖਾਏ, ਬਹੁਤ ਸਿਆਣਪ ਆਵੈ ਜਾਏ। ਬਹੁਤ ਸਿਆਣਪ ਜਮ ਕਾ ਭਉ ਬਿਆਪੈ। ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਨੇ ਨਾ ਦਿਮਾਗੀ ਗਿਆਨੀਆਂ ਲਈ ਬੜਾ ਸੋਹਣਾ ਕਟਾਖ ਵਰਤਿਆ ਹੈ। ਬੈਠਵੇ ਗਿਆਨੀ ਬੁੱਧੀ ਮੰਡਲ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ। ਇਸੇ ਤਰ੍ਹਾਂ ਇੱਕ ਥਾਂ ਹੋਰ ਬਹੁਤ ਸੋਹਣਾ ਵਿਚਾਰ ਪ੍ਰਗਟ ਕੀਤਾ ਹੈ। ਕੀ ਹੋਇਆ ਤੇ ਕੀਕੂ ਹੋਇਆ, ਖਪ ਖਪ ਮਰੇ ਸਿਆਣੇ। ਤੂੰ ਕਿਉਂ ਪਵੇਂ ਉਸ ਰਾਹ ਜਿੰਦੇ, ਜਿਸ ਰਾਹ ਪੂਰ ਮੁਹਾਣੇ। ਪਟਕਣ ਛੱਡ ਲਟਕ ਲਾ ਇੱਕੋ, ਖੀਵੀ ਹੋ ਸੁਖ ਮਾਣੀ। ਹੋਸ਼ਾਂ ਨਾਲੋਂ ਮਸਤੀ ਚੰਗੀ, ਰੱਖਦੀ ਸਦਾ ਟਿਕਾਣੇ। ਅਗਲਾ ਹੈ ਫੈਸ਼ਨ ਦੀ ਗੁਲਾਮੀ। ਕੁਦਰਤ ਅੰਦਰ ਨਵੀਨਤਾ ਦੀ ਸਹਿਜ ਚਾਲ ਹੈ। ਇਸ ਚਾਲ ਅਨੁਸਾਰ ਹਰ ਇੱਕ ਚੀਜ਼ ਸਹਿਜੇ ਹੀ ਹੁਕਮ ਦੀ ਚਾਲ ਵਿੱਚ ਬਦਲਦੀ ਰਹਿੰਦੀ ਹੈ। ਕੁਦਰਤ ਅੰਦਰ ਨਵੀਨਤਾ ਦੀ ਸਹਿਜ ਚਾਲ ਹੈ। ਇਸ ਚਾਲ ਅਨੁਸਾਰ ਹਰ ਇੱਕ ਚੀਜ਼ ਸਹਿਜੇ ਹੀ ਹੁਕਮ ਦੀ ਚਾਲ ਵਿੱਚ ਬਦਲਦੀ ਰਹਿੰਦੀ ਹੈ, ਜਿਸ ਅਨੁਸਾਰ ਜੀਵਾਂ ਨੂੰ ਆਪਣਾ ਆਪਣਾ ਜੀਵਨ ਢਾਲਣਾ ਪੈਂਦਾ ਹੈ। ਪੁਰਾਣੇ ਜ਼ਮਾਨੇ ਵਿੱਚ ਨਵੀਨਤਾ ਅਥਵਾ ਫੈਸ਼ਨ ਦੀ ਚਾਲ ਬਹੁਤ ਮੱਧਮ ਹੁੰਦੀ ਸੀ ਤੇ ਪੁਰਾਣੇ ਫੈਸ਼ਨ ਨੂੰ ਤਿਆਗਣ ਤੇ ਨਵੇਂ ਫੈਸ਼ਨ ਨੂੰ ਅਪਣਾਉਣ ਦੀ ਚਾਲ ਮੱਠੀ ਸੀ। ਇਸੇ ਤਰ੍ਹਾਂ ਪੁਰਾਣੇ ਫੈਸ਼ਨ ਦੇ ਕੱਪੜੇ ਆਦਿ ਹੰਢਾ ਕੇ ਨਵੇਂ ਫੈਸ਼ਨ ਦੇ ਕੱਪੜੇ ਸੀਤੇ ਜਾਂਦੇ ਸਨ। ਪਰ ਅੱਜ ਕੱਲ੍ਹ ਇਨਸਾਨਾਂ ਦੀ ਜੀਵਨ ਚਾਲ ਬੜੀ ਤਿੱਖੀ ਹੋ ਗਈ ਹੈ ਤੇ ਨਾਲ ਹੀ ਸਾਡੇ ਫੈਸ਼ਨ ਵੀ ਛੇਤੀ ਛੇਤੀ ਬਦਲਦੇ ਹਨ। ਪਿਛਲੇ ਫੈਸ਼ਨ ਦੇ ਕੱਪੜੇ ਹੰਡਾਉਣ ਦਾ ਚਾਅ ਅਜੇ ਪੂਰਾ ਵੀ ਨਹੀਂ ਹੁੰਦਾ ਕਿ ਹੋਰ ਨਿਤ ਨਵੇਂ ਫੈਸ਼ਨ ਚੱਲ ਪੈਂਦੇ ਹਨ। ਇਸ ਤਰ੍ਹਾਂ ਸਾਨੂੰ ਪਿਛਲੇ ਫੈਸ਼ਨ ਦੇ ਕੱਪੜੇ ਬਿਨਾਂ ਹੰਡਾਏ ਹੀ ਤਿਆਗਣੇ ਪੈਂਦੇ ਹਨ। ਫੈਸ਼ਨ ਦੀ ਬਦਲਵੀਂ ਚਾਲ ਦੀਆਂ ਕੁਝ ਉਦਾਹਰਨਾਂ। ਸਾਡੇ ਦੇਖਦੇ ਦੇਖਦੇ ਜ਼ਨਾਨੀਆਂ ਦੀਆਂ ਕਮੀਜ਼ਾਂ ਗੋਡਿਆਂ ਤਾਈਂ ਲੰਮੀਆਂ ਹੁੰਦੀਆਂ ਸੀ, ਫਿਰ ਸਹਿਜੇ ਸਹਿਜੇ ਲੰਬੀਆਂ ਹੁੰਦੀਆਂ ਗਿੱਟਿਆਂ ਤਾਈਂ ਪਹੁੰਚ ਗਈਆਂ। ਕੁਝ ਚਿਰ ਮਗਰੋਂ ਇਹ ਕਮੀਜ਼ਾਂ ਉੱਪਰ ਚੜ੍ਹਦੀਆਂ ਗੋਡਿਆਂ ਤੱਕ ਆ ਗਈਆਂ। ਇਸੇ ਤਰ੍ਹਾਂ ਆਦਮੀਆਂ ਦੀਆਂ ਪੈਂਟਾਂ ਪਹਿਲਾਂ ਬਹੁਤ ਤੰਗ ਹੁੰਦੀਆਂ ਸੀ, ਚੌਂਕੜੀ ਮਾਰ ਕੇ ਬੈਠਣਾ ਵੀ ਔਖਾ ਹੁੰਦਾ ਸੀ। ਫਿਰ ਇਹਨਾਂ ਪੈਂਟਾਂ ਦੇ ਫੈਸ਼ਨ ਬਦਲ ਗਏ, ਜਿਸ ਦੀ ਵਜ੍ਹਾ ਨਾਲ ਤੁਰਦਿਆਂ ਇਹ ਵਾਰ-ਵਾਰ ਪਹੁੰਚਿਆਂ ਵਿੱਚ ਪੈਰ ਫਸ ਕੇ ਡਿੱਗ ਪੈਂਦੇ ਸਨ। ਛੇਤੀ ਇਹਨਾਂ ਚੌੜੀਆਂ ਪੈਂਟਾਂ ਨੇ ਘੰਟੀ ਦੀ ਤਰ੍ਹਾਂ ਸ਼ਕਲ ਧਾਰ ਲਈ, ਜੋ ਗੋਡਿਆਂ ਤੋਂ ਤੰਗ ਹੁੰਦੀ ਤੇ ਹੇਠੋਂ ਪਹੁੰਚੇ 24 ਇੰਚ ਤੋਂ ਵੀ ਵੱਧ ਹੁੰਦੇ। ਅੱਜ ਕੱਲ੍ਹ ਇਹ ਪੈਂਟਾਂ ਪਹੁੰਚਿਆਂ ਤੋਂ ਤੰਗ ਤੇ ਉੱਪਰੋਂ ਖੁੱਲੀਆਂ ਹੋ ਗਈਆਂ। ਪਹਿਲਾਂ ਸਾਡੀਆਂ ਪੱਗਾਂ ਦੇ ਇੱਕ ਪੰਨੇ ਦੀਆਂ ਚੌੜੀਆਂ ਹੁੰਦੀਆਂ ਸਨ, ਹੁਣ ਨਵੀਨ ਫੈਸ਼ਨ ਅਨੁਸਾਰ ਦੂਰੇ ਪੰਨੇ ਦੀਆਂ ਚੌੜੀਆਂ ਪੱਗਾਂ ਦਾ ਰਿਵਾਜ ਹੈ। ਇਹਨਾਂ ਫੈਸ਼ਨਾਂ ਦੇ ਛੇਤੀ ਛੇਤੀ ਬਦਲਣ ਨਾਲ ਸਾਡੀ ਬੇਅੰਤ ਮਾਇਆ, ਧਿਆਨ ਅਤੇ ਵਕਤ ਤੇ ਸ਼ਕਤੀ ਇਸ ਫੈਸ਼ਨ ਪ੍ਰਸਤੀ ਅਥਵਾ ਫੈਸ਼ਨ ਦੀ ਗੁਲਾਮੀ ਵਿੱਚ ਅਜਾਈ ਜਾ ਰਹੀ ਹੈ। ਕੱਪੜਿਆਂ ਦੇ ਫੈਸ਼ਨਾਂ ਤੋਂ ਇਲਾਵਾ ਸਾਡੇ ਹਾਰ ਸ਼ਿੰਗਾਰ ਦੇ ਫੈਸ਼ਨਾਂ ਵਿੱਚ ਬਹੁਤ ਛੇਤੀ ਤਬਦੀਲੀ ਹੋ ਰਹੀ ਹੈ। ਇਹ ਹਾਰ ਸ਼ਿੰਗਾਰ ਦੇ ਫੈਸ਼ਨਾਂ ਨੂੰ ਅਸੀਂ ਬਹੁਤ ਵਧਾ ਲਿਆ ਹੈ, ਜਿਸ ਕਾਰਨ ਸਾਡਾ ਬਹੁਤਾ ਧਿਆਨ, ਵਕਤ ਅਤੇ ਮਾਇਆ ਜ਼ਾਇਆ ਹੋ ਰਹੀ ਹੈ। ਅਸੀਂ ਸਾਦਾ ਜੀਵਨ ਅਤੇ ਉੱਚੇ ਵਿਚਾਰ, ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ ਦੇ ਉੱਤਮ ਸੁਖਦਾਈ ਉਪਦੇਸ਼ਾਂ ਨੂੰ ਤਿਆਗ ਕੇ ਨੀਵੀਆਂ ਵਾਸ਼ਨਾਵਾਂ ਦੇ ਅਧੀਨ ਹੋ ਕੇ ਫੈਸ਼ਨ ਪ੍ਰਸਤੀ ਵਿੱਚ ਸਰੀਰਕ, ਮਾਨਸਿਕ ਅਤੇ ਆਰਥਿਕ ਪੱਖਾਂ ਤੋਂ ਦੁਖੀ ਹੋ ਰਹੇ ਹਾਂ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦੇ ਤਨ ਪੀੜੀਐ, ਮਨ ਮੈਂ ਚੱਲੇ ਵਿਕਾਰ। ਇਸੇ ਤਰ੍ਹਾਂ ਸਾਡੇ ਖਾਣ ਪੀਣ ਵਿੱਚ ਵੀ ਫੈਸ਼ਨ ਆ ਵੜਿਆ ਹੈ।
ਸਾਦਾ ਸਵੱਛ ਸੁਖਦਾਈ ਸਿਹਤਯਾਬ ਭੋਜਨ ਦੀ ਬਜਾਏ ਅਸੀਂ ਰੱਬ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਨੂੰ ਤਲ ਭੁੰਨ ਕੇ ਕਿਸਮ ਕਿਸਮ ਦੇ ਚਟਪਟੇ ਮਸਾਲਿਆਂ ਨਾਲ ਲੇਸਦਾਰ ਬਣਾ ਕੇ ਉਹਨਾਂ ਦੇ ਕੁਦਰਤੀ ਲਾਭਦਾਇਕ ਅੰਸ਼ਾਂ ਨੂੰ ਜ਼ਾਇਆ ਕਰਕੇ ਆਪਣੀ ਰਸਨਾ ਦੀ ਚੇਸ਼ਟਾ ਪੂਰੀ ਕਰਦੇ ਹਾਂ। ਪੀਣ ਲਈ ਵੀ ਸਾਦੇ ਪਾਣੀ ਦੀ ਬਜਾਏ ਕਈ ਕਿਸਮ ਦੇ ਸ਼ਰਬਤ, ਚਾਹ, ਕੌਫੀ, ਬੀਅਰ, ਕੋਕਾ ਕੋਲਾ, ਸ਼ਰਾਬ ਆਦਿਆਂ ਆਦਤਾਂ ਪਾਈਆਂ ਹੋਈਆਂ ਹਨ ਜੋ ਮਹਿੰਗੀਆਂ ਹੋਣ ਤੋਂ ਇਲਾਵਾ ਸਿਹਤ ਲਈ ਹਾਨੀਕਾਰਕ ਵੀ ਹਨ। ਇਹਨਾਂ ਦੇ ਮੁਕਾਬਲੇ ਤੇ ਤਾਜ਼ੇ ਫਲਾਂ ਦਾ ਰਸ ਸਿਹਤ ਲਈ ਅਤਿਅੰਤ ਲਾਭਦਾਇਕ ਹੈ। ਇਸੇ ਤਰ੍ਹਾਂ ਰੱਬ ਦੀਆਂ ਅਨੇਕਾਂ ਦਾਤਾਂ ਵਿੱਚੋਂ ਤਾਜ਼ੇ ਫਲ ਅਤੇ ਸਬਜ਼ੀਆਂ ਵੀ ਸ੍ਰੇਸ਼ਟ ਬਖਸ਼ਿਸ਼ ਹਨ ਜੋ ਸਿਹਤ ਲਈ ਬਹੁਤ ਗੁਣਕਾਰੀ ਅਤੇ ਲਾਭਦਾਇਕ ਹਨ। ਇਹਨਾਂ ਲਾਭਦਾਇਕ ਫਲਾਂ ਨੂੰ ਅਸੀਂ ਦਵਾਈਆਂ, ਪ੍ਰੀਜ਼ਰਵੇਟਿਵਸ ਪਾ ਕੇ ਡੱਬਿਆਂ ਜਾਂ ਬੋਤਲਾਂ ਵਿੱਚ ਬੰਦ ਕਰਕੇ ਬੇਹ ਕਰਕੇ ਖਾਂਦੇ ਹਾਂ। ਸਾਰਿਆਂ ਨੂੰ ਪਤਾ ਹੈ ਕਿ ਇਹ ਦਵਾਈਆਂ, ਇਹ ਪ੍ਰੀਜ਼ਰਵੇਟਿਵ ਸਿਹਤ ਲਈ ਹਾਨੀਕਾਰਕ ਹਨ, ਪਰ ਫਿਰ ਵੀ ਇਹ ਸਾਡੇ ਚੌਂਕੇ ਦੀਆਂ ਸ਼ੈਲਫਾਂ ਤੇ ਖਾਣ ਦੇ ਮੇਜ਼ ਇਹਨਾਂ ਰੰਗ ਬਿਰੰਗੇ ਮਨਮੋਹਣੇ ਲੇਬਲਾਂ ਵਾਲੇ ਡੱਬਿਆਂ ਅਤੇ ਬੋਤਲਾਂ ਨਾਲ ਸ਼ਿੰਗਾਰੇ ਪਏ ਹਨ। ਅਸਲ ਵਿੱਚ ਇਹ ਸ਼ਿੰਗਾਰ ਅਥਵਾ ਫੈਸ਼ਨ ਪ੍ਰਸਤੀ ਸਾਡੀ ਸਿਹਤ ਲਈ ਹਾਨੀਕਾਰਕ ਹੈ। ਦੂਜੇ ਪਾਸੇ ਇਨਸਾਨ ਦੀਆਂ ਬਣਾਈਆਂ ਹੋਈਆਂ ਮਿਠਾਈਆਂ, ਮੈਨ ਮੇਡ ਸਵੀਟਸ ਸਿਹਤ ਲਈ ਹਾਨੀਕਾਰਕ ਹਨ ਅਤੇ ਫਲ ਸਬਜ਼ੀਆਂ ਨਾਲੋਂ ਮਹਿੰਗੀਆਂ ਵੀ ਹਨ। ਅਸੀਂ ਰਸਨਾ ਦੀ ਚੇਸ਼ਟਾ ਦੇ ਇਤਨੇ ਗੁਲਾਮ ਹੋ ਗਏ ਹਾਂ ਕਿ ਸਭ ਕੁਝ ਜਾਣਦਿਆਂ ਬੁੱਝਦਿਆਂ ਵੀ ਹਾਨੀਕਾਰਕ ਅਤੇ ਮਹਿੰਗੀਆਂ ਮਿਠਾਈਆਂ ਨੂੰ ਰੱਬੀ ਮਿਠਾਈ, ਫਲ ਫਰੂਟ ਨਾਲੋਂ ਤਰਜੀਹ ਦਿੰਦੇ ਹਾਂ। ਇਸ ਰਸਨਾ ਦੀ ਗੁਲਾਮੀ ਵਿੱਚ ਸਿਰਫ ਅਸੀਂ ਆਪ ਹੀ ਨਹੀਂ ਜਕੜੇ, ਬਲਕਿ ਆਪਣੀ ਔਲਾਦ ਅਥਵਾ ਅਗਲੀ ਨਸਲ ਨੂੰ ਵੀ ਇਹ ਰਸਨਾ ਦੀ ਚੇਸ਼ਟਾ ਦੀ ਗੁਲਾਮੀ ਸਿਖਾ ਰਹੇ ਹਾਂ। ਇਹੋ ਕਾਰਨ ਹੈ ਕਿ ਸਾਡੀ ਸਿਹਤ ਤਬਾਹ ਹੋ ਰਹੀ ਹੈ ਤੇ ਅਸੀਂ ਅਨੇਕਾਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ। ਆਰਥਿਕ ਤੌਰ ਤੇ ਸਾਡੇ ਹੱਥ ਵੀ ਤੰਗ ਰਹਿੰਦੇ ਹਨ, ਜਿਸ ਕਾਰਨ ਸਾਨੂੰ ਵਾਧੂ ਆਮਦਨ ਲਈ ਰਿਸ਼ਵਤਖੋਰੀ ਆਦਿ ਦੇ ਨੀਵੇਂ ਹੱਥਕੰਡੇ ਵਰਤਣੇ ਪੈਂਦੇ ਹਨ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮੈਂ ਚੱਲੇ ਵਿਕਾਰ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਕਿਸਮ ਕਿਸਮ ਦੇ ਫੈਸ਼ਨਾਂ ਦਾ ਕੋਈ ਐਲਾਨ ਨਹੀਂ ਹੁੰਦਾ, ਕੋਈ ਪ੍ਰਚਾਰ ਨਹੀਂ ਹੁੰਦਾ, ਕੋਈ ਹੁਕਮ ਨਹੀਂ ਦਿੰਦਾ, ਕੋਈ ਮਜਬੂਰੀ ਨਹੀਂ ਹੁੰਦੀ, ਮੱਲੋ ਮੱਲੀ ਠੋਸੇ ਨਹੀਂ ਜਾਂਦੇ। ਫੇਰ ਵੀ ਅਸੀਂ ਆਪ ਮੁਹਾਰੇ ਸਹਿਜ ਸੁਭਾਏ ਇਹਨਾਂ ਫੈਸ਼ਨਾਂ ਦੀ ਬੜੀ ਤਾਂਘ ਨਾਲ ਉਡੀਕ ਕਰਦੇ ਹਾਂ ਅਤੇ ਇਹਨਾਂ ਦੇ ਕਾਇਲ ਹੋ ਕੇ ਬੜੇ ਚਾਅ ਅਤੇ ਉਤਸ਼ਾਹ ਨਾਲ ਇਹਨਾਂ ਦੀ ਪੂਰਤੀ ਕਰਦੇ ਹਾਂ। ਦੂਜੇ ਪਾਸੇ ਅਸੀਂ ਧਰਮਾਂ, ਗੁਰੂਆਂ, ਅਵਤਾਰਾਂ, ਸੰਤਾਂ, ਭਗਤਾਂ, ਮਹਾਂਪੁਰਖਾਂ ਦੇ ਲਾਭਦਾਇਕ, ਕਲਿਆਣਕਾਰੀ, ਲੋਕ ਪਰਲੋਕ ਸੁਹੇਲੇ ਕਰਨ ਵਾਲੇ ਸਦੀਵੀ ਉਪਦੇਸ਼ਾਂ ਨੂੰ ਪੜ੍ਹ ਸੁਣ ਕੇ ਬੇਪਰਵਾਹੀ ਨਾਲ ਅਣਸੁਣਾ ਕਰ ਛੱਡਦੇ ਹਾਂ ਅਤੇ ਧਿਆਨ ਦੇਣ ਜਾਂ ਸਮਝਣ ਜਾਂ ਕਮਾਉਣ ਦੀ ਲੋੜ ਹੀ ਨਹੀਂ ਪਾਸਦੀ। ਅਫਸੋਸ ਦੀ ਗੱਲ ਇਹ ਹੈ ਕਿ ਸਾਡੇ ਬੱਚੇ ਅਥਵਾ ਆਉਣ ਵਾਲੀ ਪੀੜ੍ਹੀ ਵੀ ਸਹਿਜ ਸੁਭਾਏ, ਅਣਜਾਣੇ, ਬਗੈਰ ਕਿਸੇ ਪ੍ਰਚਾਰ ਦੇ ਦੇਖਾ ਦੇਖੀ ਹੀ ਇਹ ਫੈਸ਼ਨ ਪ੍ਰਸਤੀ ਸਿੱਖ ਰਹੇ ਹਨ ਅਤੇ ਫੈਸ਼ਨ ਦੇ ਗੁਲਾਮ ਬਣ ਰਹੇ ਹਨ। ਇਹ ਬੇਲੋੜੀ ਫੈਸ਼ਨ ਪ੍ਰਸਤੀ ਅਤੇ ਹਾਨੀਕਾਰਕ ਰਸਾਂ ਕਸਾਂ ਦੀ ਚੇਸ਼ਟਾ ਵਿੱਚ ਅਸੀਂ ਇਤਨੇ ਗਲਤਾਨ ਹੋ ਗਏ ਹਾਂ ਕਿ ਇਹ ਫੈਸ਼ਨ ਸਾਡੇ ਜੀਵਨ ਦੇ ਹਰ ਪੱਖ ਵਿੱਚ ਤਸ ਵਸ ਰਸ ਚੁੱਕਿਆ ਹੈ ਅਤੇ ਫੈਸ਼ਨ ਪ੍ਰਸਤੀ ਸਾਡਾ ਧਰਮ ਬਣ ਚੁੱਕੀ ਹੈ, ਜਿਸ ਨੂੰ ਅਸੀਂ ਬੜੇ ਚਾਓ, ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮੰਨਣ ਜਾਂ ਕਮਾਉਣ ਲਈ ਹਮੇਸ਼ਾ ਤਤਪਰ ਰਹਿੰਦੇ ਹਾਂ ਅਤੇ ਜਿਸ ਦੀ ਪੂਰਤੀ ਲਈ ਸਾਡਾ ਬਹੁਤ ਸਾਰਾ ਸਮਾਂ, ਬੁੱਧੀ, ਧਿਆਨ, ਮਿਹਨਤ ਅਤੇ ਮਾਇਆ ਜ਼ਾਇਆ ਹੁੰਦੀ ਹੈ। ਜੇਕਰ ਇਤਨੇ ਚਾਓ, ਧਿਆਨ, ਸ਼ਰਧਾ ਭਾਵਨੀ ਅਤੇ ਪਿਆਰ ਨਾਲ ਰੱਬ ਦੀ ਭਗਤੀ ਕਰੀਏ ਤਾਂ ਇਸ ਮਾਇਕੀ ਭਵ ਸਾਗਰ ਤੋਂ ਸਾਡੀ ਆਤਮਿਕ ਕਲਿਆਣ ਹੋ ਸਕਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।